फाइल ऑर्गेनाइजेशंस। आरडीबीएमएस फाइल्स किस तरह ਦੀਆਂ ਬਣਾ ਸਕਦਾ ਹੈ ਜਾਂ ਫਾਈਲਸ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਹਾਰਡ ਡਿਸਕ ਦੇ ਉੱਤੇ ਸੇਵ ਹੁੰਦੀਆਂ ਨੇ ਤੇ ਉਹਨਾਂ ਚੋਂ ਡਾਟਾ ਰੀਡ ਕਰਨ ਦੇ ਕਿਹੜੇ-ਕਿਹੜੇ ਵੇਜ਼ ਨੇ ਉਹਦੇ ਬੇਸਿਕਲੀ ਫਾਈਲ ਆਰਗੇਨਾਈਜੇਸ਼ਨ ਤੇ ਡਿਪੈਂਡ ਕਰਦਾ ਹੈ ਕਿ ਉਹ ਕਿਵੇਂ ਰੀਡ ਹੋਏ। ਫਾਈਲ ਜਲਦੀ ਰੀਡ ਹੋ ਸਕੇ, ਲਾਰਜ ਅਮਾਉਂਟ ਆਫ ਡਾਟਾ ਅਗਰ ਉਹਦੇ ਵਿੱਚ ਸਟੋਰ ਹੈ ਤਾਂ ਜ਼ਿਆਦਾ ਟਾਈਮ ਨਾ ਲੱਗੇ, ਇਹਦੇ ਲਈ ਅਲੱਗ-ਅਲੱਗ ਵੇਜ਼ ਅਪਣਾਏ ਜਾਂਦੇ ਨੇ ਡਾਟਾ ਸਟੋਰੇਜ ਦੇ ਲਈ। ਰਿਲੇਟਿਵ ਡਾਟਾ ਐਂਡ ਇਨਫੋਰਮੇਸ਼ਨ, ਜੋ ਵੀ ਡਾਟਾ ਤੇ ਇਨਫੋਰਮੇਸ਼ਨ ਇੱਕ ਦੂਜੇ ਨਾਲ ਰਿਲੇਟਿਵ ਨੇ ਜਿਹੜੇ, ਇਜ਼ ਸਟੋਰਡ ਕਲੈਕਟਿਵਲੀ ਇਨ ਫਾਈਲ ਫਾਰਮੈਟਸ, ਫਾਈਲਾਂ 'ਚ ਸਟੋਰ ਹੋਣਗੇ। ਆਪਾਂ ਫਾਈਲ ਦੇ ਬਾਰੇ ਥੋੜੀ ਇੰਟਰੋਡਕਸ਼ਨ ਪਹਿਲਾਂ ਵੀ ਕੀਤੀ ਹੈ। ਇਹ ਫਾਈਲ ਇਜ਼ ਅ ਸੀਕੁਐਂਸ ਆਫ ਰਿਕਾਰਡਸ ਸਟੋਰਡ ਇਨ ਬਾਈਨਰੀ ਫਾਰਮੈਟ। ਹਰ ਚੀਜ਼ ਬਾਈਨਰੀ 'ਚ ਸਟੋਰ ਹੁੰਦੀ ਹੈ ਕੰਪਿਊਟਰ 'ਤੇ, ਆਪਾਂ ਨੂੰ ਪਤਾ। ਤੋ ਹਰੇਕ ਫਾਈਲ, ਚਾਹੇ ਉਹ ਮੂਵੀ ਫਾਈਲ ਹੈ, ਚਾਹੇ ਉਹ ਪਿਕਚਰ ਹੈ, ਉਹ ਵੀ ਫਾਈਲ ਹੈ, ਤੇ ਹਰੇਕ ਫਾਈਲ ਬਾਈਨਰੀ ਫਾਰਮੈਟ ਦੇ ਵਿੱਚ ਸੇਵ। ਤੇ ਜਿਹੜੀ ਸਾਡੀ ਹਾਰਡ ਡਿਸਕ ਹੈ, ਜਿਹਨੂੰ ਅਸੀਂ ਡਿਸਕ ਡਰਾਈਵ ਵੀ ਕਹਿ ਸਕਦੇ ਹਾਂ, is formatted into several blocks that can store records। ਜਿਵੇਂ ਸਾਡੇ ਰਿਕਾਰਡ ਨੇ ਉਸੇ ਤਰ੍ਹਾਂ ਹਾਰਡ ਡਿਸਕ ਦੇ ਵਿੱਚ ਬਲੌਕ ਬਣੇ ਹੁੰਦੇ ਨੇ, ਬਲੌਕਸ ਦੇ ਵਿੱਚ ਵੰਡੀ ਜਾਂਦੀ ਹੈ, ਛੋਟੇ ਛੋਟੇ ਬਲੌਕਸ। ਹਰੇਕ ਬਲੌਕ ਦਾ ਇੱਕ ਸਾਈਜ਼ ਹੁੰਦਾ। ਜਿਹੜੇ ਫਾਈਲ ਦੇ ਰਿਕਾਰਡਸ ਨੇ ਦੇ ਆਰ ਮੈਪਡ onto those disk blocks। ਫਾਈਲ 'ਚ ਰਿਕਾਰਡ ਹੋਣਗੇ ਜਿਹੜੇ ਸਾਨੂੰ ਦਿਖਦੇ ਨੇ ਸਕਰੀਨ ਦੇ ਉੱਤੇ, ਫਾਰਮੇਟ ਕਰਕੇ ਦਿਖਾਏ ਜਾਂਦੇ ਨੇ, ਪਰ ਐਕਸਲ ਵਿੱਚ ਉਹ ਬਾਈਨਰੀ 'ਚ ਸਟੋਰ ਨੇ, ਤੇ ਬਾਈਨਰੀ ਦੇ ਵਿੱਚ ਉਹ ਬਲੌਕਸ ਦੇ ਵਿੱਚ ਸਟੋਰ ਕੀਤੇ ਗਏ ਨੇ ਹਾਰਡ ਡਿਸਕ ਦੇ ਉੱਪਰ ਪਰਮਾਨੈਂਟਲੀ। ਡਿਸਕ ਬਲੌਕਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਮੈਪ ਹੁੰਦੇ ਨੇ ਉਹ ਰਿਕਾਰਡਸ। ਤਿੰਨ ਤਰ੍ਹਾਂ ਦੀ ਆਰਗੇਨਾਈਜੇਸ਼ਨ ਆਪਾਂ ਡਿਸਕਸ ਕਰਾਂਗੇ। ਇੱਕ ਤਾਂ ਸੀਕੁਐਂਸ਼ੀਅਲ ਆਰਗੇਨਾਈਜੇਸ਼ਨ ਹੈ, ਦਾ ਈਜ਼ੀਐਸਟ ਆਰਗੇਨਾਈਜੇਸ਼ਨ, ਪਰ ਇਹ ਲਾਰਜ ਨੰਬਰ ਆਫ ਰਿਕਾਰਡ ਲਈ ਸੂਟੇਬਲ ਨਹੀਂ ਹੈ। ਅਲਟਰਨੇਟਿਵਲੀ ਫਿਰ ਦੋ ਹੋਰ ਨੇ ਜਿਹੜੀਆਂ ਲਾਰਜ ਨੰਬਰ ਆਫ ਰਿਕਾਰਡਸ ਨੂੰ ਜਲਦੀ ਰੀਡ ਕਰਨ ਦੇ ਵਿੱਚ ਸਾਡੀ ਮਦਦ ਕਰਦੀਆਂ। ਇੱਕ ਇੱਕ ਕਰਕੇ ਆਪਾਂ ਇਹਨਾਂ ਨੂੰ ਡਿਸਕਸ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਰਿਕਾਰਡ ਸਟਰਕਚਰ ਕੀ ਹੁੰਦਾ। ਫੀਲਡ ਤੋਂ ਰਿਕਾਰਡ ਬਣਦਾ ਹੈ, ਬਹੁਤ ਸਾਰੇ ਫੀਲਡ ਇਕੱਠੇ ਕਰੀਏ ਤਾਂ ਰਿਕਾਰਡ, ਜਿਵੇਂ ਨੇਮ ਇੱਕ ਫੀਲਡ ਹੈ, ਐਡਰੈਸ ਇੱਕ ਫੀਲਡ ਹੈ, ਡੇਟ ਆਫ ਬਰਥ ਇੱਕ ਫੀਲਡ ਹੈ, ਪਿੰਨ ਕੋਡ ਇੱਕ ਫੀਲਡ ਹੈ, ਸਿਟੀ, ਸਟੇਟ, ਇਹ ਸਾਰੇ ਫੀਲਡ ਨੇ। ਇਹ ਸਾਰੇ ਫੀਲਡ ਇੱਕੋ ਹੀ ਪਰਸਨ ਨਾਲ ਅਗਰ ਰਿਲੇਟਡ ਹੋਣ ਤਾਂ ਇੱਕ ਰਿਕਾਰਡ ਹੈ। ਸੋ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਫੀਲਡ ਤੇ ਰਿਕਾਰਡ ਕੀ ਹੁੰਦਾ ਜਾਂ ਰਿਕਾਰਡ ਸਟਰਕਚਰ ਕੀ ਹੁੰਦਾ। ਇਹ ਡਾਟਾ ਫੀਲਡ ਹੋਲਡਸ ਏ ਸਿੰਗਲ ਫੈਕਟ ਔਰ ਐਟਰੀਬਿਊਟ ਆਫ ਐਨ ਐਂਟਿਟੀ। ਐਂਟਿਟੀ ਮਤਲਬ ਕੋਈ ਚੀਜ਼, ਕੋਈ ਥਿੰਗ, ਕੋਈ ਪਰਸਨ, ਕੁਝ ਵੀ ਹੋ ਸਕਦਾ। ਕੰਸੀਡਰ ਏ ਡੇਟ ਫੀਲਡ, ਮੰਨ ਲਓ ਆ ਡੇਟ ਫੀਲਡ ਹੈ, ਸੈਪਟੰਬਰ 19 2004। ਹੁਣ ਇਸ ਨੂੰ ਜਦੋਂ ਅਸੀਂ ਸਟੋਰ ਕਰਦੇ ਹਾਂ ਤਾਂ ਅਸੀਂ ਦੋ ਤਰੀਕੇ ਨਾਲ ਕਰ ਸਕਦੇ ਹਾਂ। ਜਾਂ ਤਾਂ ਇਸ ਨੂੰ ਐਜ਼ ਏ ਸਿੰਗਲ ਫੀਲਡ ਕਰ ਲਓ, ਇਟ ਕੈਨ ਬੀ ਟ੍ਰੀਟਡ ਐਜ਼ ਸਿੰਗਲ ਡੇਟ ਫੀਲਡ। ਜਿਵੇਂ ਬਰਥ ਡੇਟ ਲਿਖਤਾ, ਕਾਲਮ ਦਾ ਨਾਮ, ਫੀਲਡ ਦਾ ਨਾਮ, ਬਰਥ ਡੇਟ, ਉਹਦੇ ਵਿੱਚ ਇਹ ਪੂਰੀ ਡੇਟ ਸਟੋਰ ਕਰਤੀ। ਜਾਂ ਅਸੀਂ ਤਿੰਨ ਅਲੱਗ ਫੀਲਡ ਮੰਨ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਇੱਕ ਚੋਂ ਮੰਥ, ਡੇ ਅਤੇ ਡੇ ਆਫ ਮੰਥ ਐਂਡ ਈਅਰ, ਤਿੰਨ ਬਣ ਗਏ। ਮੰਥ, ਡੇ ਆਫ ਮੰਥ ਐਂਡ ਈਅਰ, ਤਿੰਨ ਅਲੱਗ ਫੀਲਡ ਬਣਾ ਸਕਦੇ ਹਾਂ। ਉਹ ਜਿਵੇਂ ਵੀ ਸਾਨੂੰ ਉਹਦੀ ਜ਼ਰੂਰਤ ਹੈ, ਅੱਗੇ ਕਿਵੇਂ ਉਹਦੀ ਪ੍ਰੋਸੈਸਿੰਗ ਕਰਨੀ ਹੈ ਉਹਦੇ ਡਿਪੈਂਡ ਕਰਦਾ ਹੁੰਦਾ। ਜੇ ਤਾਂ ਅਸੀਂ ਜ਼ਿਆਦਾ ਪ੍ਰੋਸੈਸਿੰਗ ਨਹੀਂ ਕਰਨੀ, ਡੇਟ ਸਿਰਫ ਸ਼ੋ ਹੀ ਕਰਨੀ ਹੈ, ਫਿਰ ਤਾਂ ਇਕੱਠੀ ਰੱਖ ਲਓ। ਜੇ ਕਈ ਵਾਰ ਅਸੀਂ ਈਅਰ ਤੇ ਸੌਰਟ ਕਰਨਾ ਜੀ, ਕਦੀ ਮੰਥ ਤੇ ਕੋਈ ਆਪਰੇਸ਼ਨ ਪਰਫਾਰਮ ਕਰਨਾ ਅਲੱਗ ਅਲੱਗ, ਫਿਰ ਕਈ ਵਾਰ ਅਸੀਂ ਅਲੱਗ ਅਲੱਗ ਫੀਲਡ ਵੀ ਬਣਾ ਲੈਂਦੇ ਹਾਂ। ਇਹ ਡਿਪੈਂਡ ਕਰਦਾ ਕਿ ਸਾਡੀ ਜ਼ਰੂਰਤ ਕਿੱਦਾਂ ਦੀ। ਇਹ ਰਿਕਾਰਡ ਇਜ਼ ਏ ਕਲੈਕਸ਼ਨ ਆਫ ਰਿਲੇਟਡ ਫੀਲਡਸ। ਹੁਣ ਰਿਲੇਟਡ ਫੀਲਡ ਇੱਕੋ ਪਰਸਨ ਦੇ ਸਾਰੇ ਹੋਣੇ ਚਾਹੀਦੇ, ਤਾਂ ਹੀ ਉਹ ਰਿਲੇਟਡ ਹੋਣਗੇ। ਜਿਵੇਂ ਮੰਨ ਲਓ ਇੱਕ ਇੰਪਲਾਈ ਹੈ, ਇਟ ਮੇ ਕੰਟੇਨ ਦ ਨੇਮ ਫੀਲਡ, ਐਡਰੈਸ ਫੀਲਡ, ਬਰਥ ਡੇਟ ਫੀਲਡ ਐਂਡ ਸੋ ਔਨ, ਕਿਉਂਕਿ ਉਹ ਸਾਰੇ ਇੱਕੋ ਹੀ ਇੰਪਲਾਈ ਦੇ ਹੋਣਗੇ, ਇਸ ਕਰਕੇ ਉਹ ਰਿਲੇਟਡ ਨੇ। ਸੋ ਇੱਕ ਰਿਕਾਰਡ ਦੇ ਵਿੱਚ ਸਾਰੇ ਰਿਲੇਟਡ ਫੀਲਡ ਹੋ ਸਕਦੇ। ਇਹ ਫਾਈਲ ਇਜ਼ ਏ ਕਲੈਕਸ਼ਨ ਆਫ ਰਿਲੇਟਡ ਰਿਕਾਰਡ। ਹੁਣ ਜਿਹੜੀ ਫਾਈਲ ਹੋਏਗੀ ਉਹਦੇ ਚ ਇੱਕ ਤੋਂ ਜ਼ਿਆਦਾ ਐਂਟੀਟੀਜ਼ ਦੇ ਰਿਕਾਰਡ ਹੋਣਗੇ। ਮਤਲਬ ਜਿਵੇਂ ਇੰਪਲਾਈਜ਼ ਨੇ, 200 ਇੰਪਲਾਈ ਹੈ, ਸਾਰਿਆਂ ਦੇ ਰਿਕਾਰਡ ਹੋਣਗੇ। ਇੱਕ ਇੰਪਲਾਈ ਦਾ ਇੱਕ ਰਿਕਾਰਡ, ਦੂਜੇ ਇੰਪਲਾਈ ਦਾ ਦੂਜਾ ਰਿਕਾਰਡ, ਕਿੰਨਾ 200 ਰਿਕਾਰਡ ਹੋ ਗਏ। ਇਫ ਦੇਰ ਆਰ 100 employees, then each employee would have a record and the collection of 100 such records would constitute a file। ਉਹਨੂੰ ਅਸੀਂ ਫਾਈਲ ਕਹਾਂਗੇ।
RDBMS 'ਚ ਜ਼ਿਆਦਾਤਰ ਅਸੀਂ ਇਸ ਨੂੰ ਟੇਬਲ ਦੇ ਰੂਪ 'ਚ ਦੇਖਦੇ ਹਾਂ। ਅਸੀਂ ਫਾਈਲ ਨਹੀਂ ਕਹਿੰਦੇ, ਟੇਬਲ ਹੀ ਕਹਿ ਦਿੰਦੇ ਜਾਂ ਰਿਲੇਸ਼ਨ ਵੀ ਕਹਿ ਦਿੰਦੇ। ਫਾਈਲਸ ਆਰ ਇੰਟੀਗ੍ਰੇਟਿਡ ਇਨਟੂ ਏ ਡਾਟਾਬੇਸ। ਇਹ ਸਾਰੀਆਂ ਫਾਈਲਾਂ, ਮੰਨ ਲਓ ਇੰਪਲਾਈਜ਼ ਦੀ ਫਾਈਲ ਹੋ ਗਈ, ਸਟੂਡੈਂਟਸ ਦੀ ਹੋ ਗਈ, ਅੱਗੇ ਕੋਈ ਫਰਨੀਚਰ ਦੀ ਫਾਈਲ ਹੋ ਗਈ, ਉਹ ਸਾਰੀਆਂ ਟੇਬਲ ਜਿਹੜੇ ਇਕੱਠੇ ਹੋ ਕੇ ਇੱਕ ਡਾਟਾਬੇਸ ਬਣ ਜਾਂਦੇ। ਦਿਸ ਇਜ਼ ਡਨ ਯੂਜ਼ਿੰਗ ਡਾਟਾਬੇਸ ਮੈਨੇਜਮੈਂਟ ਸਿਸਟਮ। ਮੈਂ ਐਗਜ਼ਾਮਪਲ ਦਿੱਤੀ ਹੈ ਇੱਕ ਸਮਝਣ ਲਈ। ਸਭ ਤੋਂ ਛੋਟਾ ਜਿਹੜਾ ਡਾਟੇ ਦਾ ਯੂਨਿਟ ਹੈ ਉਹ ਹੈ ਬਿਟ, 0 ਜਾਂ 1 ਕੁਝ ਵੀ ਹੋ ਸਕਦਾ। ਬਿਟ 1 ਵੀ ਹੋ ਸਕਦਾ ਹੈ ਜਾਂ ਇਹ 0 ਵੀ ਹੋ ਸਕਦਾ। ਤੇ ਜਦੋਂ ਅਸੀਂ 8 ਬਿਟ ਇਕੱਠੇ ਕਰ ਲੈਂਦੇ ਹਾਂ ਤਾਂ ਇੱਕ ਬਣ ਜਾਂਦਾ ਹੈ ਬਾਈਟ। ਐਦਾਂ ਬਾਈਟ ਬਾਏ ਬਾਈਟ ਇਕੱਠੇ ਕਰਕੇ ਅਗਰ ਇੱਕ ਪੂਰਾ ਨਾਮ ਲਿਖਿਆ ਜਾਵੇ, ਵੈਸੇ ਤਾਂ ਹੁਣ ਯੂਨੀਕੋਡ ਆ ਗਿਆ, ਜ਼ਿਆਦਾ ਬਿਟ ਲੈਂਦਾ ਹੈ, ਪਰ ਜੇ ਬੇਸਿਕ ਲੈਵਲ ਦੀ ਗੱਲ ਕਰੀਏ ਤਾਂ 8 ਬਿਟ ਦੇ ਲਈ ਇੱਕ ਅੱਖਰ ਲਿਖਣ ਲਈ 8 ਬਿਟ ਚਾਹੀਦੇ ਨੇ। ਜਿਵੇਂ ਕੇ ਇਕੱਲੇ ਲਿਖਣ ਲਈ 8 ਬਿਟ ਘੱਟੋ ਘੱਟ ਚਾਹੀਦੇ। ਤਾਂ 8 ਏ ਲਈ ਹੋ ਗਏ, 8 ਐਮ ਲਈ 8, 8 8 8 ਕਰਕੇ ਇੱਕ ਨਾਮ ਪੂਰਾ ਸਟੋਰ ਕਰਨ ਦੇ ਲਈ ਸਾਨੂੰ ਮਲਟੀਪਲ ਬਾਈਟ ਦੀ ਜ਼ਰੂਰਤ ਪਏ। ਇੱਕ ਬਾਈਟ ਦੇ ਵਿੱਚ 8 ਬਿਟ ਹੁੰਦੇ ਨੇ। ਇਹ ਇੱਕ ਫੀਲਡ ਬਣ ਗਿਆ। ਜਦੋਂ ਅਸੀਂ ਪੂਰੀ ਇਨਫੋਰਮੇਸ਼ਨ ਇੱਕ ਸਟੋਰ ਕਰ ਲਈ, ਇੱਕ ਸਿੰਗਲ ਐਟੋਮਿਕ ਇਨਫੋਰਮੇਸ਼ਨ ਜਿਸ ਨੂੰ ਮੈਂ ਕਹਿ ਸਕਦਾ, ਉਹ ਸਟੋਰ ਕਰ ਲਈ ਤਾਂ ਇੱਕ ਫੀਲਡ ਬਣ। ਇਸ ਤਰ੍ਹਾਂ ਦੇ ਕਈ ਫੀਲਡ ਜਿਵੇਂ ਨੇਮ, ਜੌਬ, ਡੇਟ, ਇੰਪਲੋਇਡ, ਇਦਾਂ ਦੇ ਫੀਲਡ ਇਕੱਠੇ ਹੋ ਗਏ ਤਾਂ ਇੱਕ ਰਿਕਾਰਡ ਬਣ ਗਿਆ। ਇਦਾਂ ਦੇ ਕਈ ਬੰਦਿਆਂ ਦੇ ਰਿਕਾਰਡ ਇਕੱਠੇ ਹੋ ਗਏ ਤਾਂ ਇੱਕ ਟੇਬਲ ਬਣ ਗਿਆ, ਜਾਂ ਜਿਸ ਨੂੰ ਫਾਈਲ ਵੀ ਕਹਿੰਦੇ ਆ। ਤੇ ਇਦਾਂ ਕਈ ਸਾਰੇ ਟੇਬਲ ਇਕੱਠੇ ਹੋ ਗਏ, ਜਿਵੇਂ ਇੰਪਲਾਈ ਵਾਲਾ ਟੇਬਲ ਹੈ, ਸੈਲਰੀ ਵਾਲਾ ਟੇਬਲ ਹੈ, ਟ੍ਰੇਨਿੰਗ ਰਿਕਾਰਡ ਵਾਲਾ ਟੇਬਲ ਹੈ, ਜਾਂ ਫਾਈਲ ਕਹਿ ਸਕਦੇ ਆ। ਇਹ ਤਾਂ ਇੱਕ ਡਾਟਾਬੇਸ। ਸੋ ਡਾਟਾਬੇਸ 'ਚ ਟੇਬਲ ਹੁੰਦੇ ਨੇ, ਟੇਬਲਸ ਦੇ ਵਿੱਚ ਰਿਕਾਰਡ ਹੁੰਦੇ ਨੇ, ਰਿਕਾਰਡ ਦੇ ਵਿੱਚ ਫੀਲਡ ਹੁੰਦੇ ਨੇ, ਫੀਲਡ ਦੇ ਵਿੱਚ ਬਾਈਟ ਹੁੰਦੇ ਨੇ, ਤੇ ਬਾਈਟ ਦੇ ਵਿੱਚ ਬਿਟ। ਰਿਕਾਰਡ ਟਾਈਪਸ, ਹਰੇਕ ਫੀਲਡ ਦੀ ਇੱਕ ਟਾਈਪ ਹੁੰਦੀ ਹੈ। ਜਿਵੇਂ ਮੰਨ ਲਓ ਆ ਜਿਹੜਾ ਨੇਮ ਹੈ, ਇਸ ਦੀ ਇੱਕ ਡਾਟਾ ਟਾਈਪ ਹੈ ਕਿ ਇਹ ਸਟਰਿੰਗ ਹੋਏਗਾ ਜਾਂ ਕਰੈਕਟਰ ਫੀਲਡ ਹੋਏਗਾ। ਜਿਹੜੀ ਆ ਡੇਟ ਇੰਪਲਾਈਡ ਦਾ, ਇਹਦੀ ਡਾਟਾ ਟਾਈਪ ਹੋਏਗੀ ਡੇਟ। ਜੇ ਮੰਨ ਲਓ ਇਹਦੀ ਸੈਲਰੀ ਹੋਵੇ ਤਾਂ ਉਹ ਨੁਮੈਰਿਕ ਡਾਟਾ ਟਾਈਪ ਦੀ ਹੋਵੇ। ਹਰੇਕ ਫੀਲਡ ਦੀ ਇੱਕ ਟਾਈਪ ਹੁੰਦੀ। ਇਹ ਸਾਰੇ ਫੀਲਡ ਦੀ ਟਾਈਪ ਨੂੰ ਅਸੀਂ ਕੰਬਾਈਨ ਕਰ ਲਈਏ ਤੇ ਇੱਕ ਇੱਕ ਯੂਨਿਟ ਦੇ ਰੂਪ ਵਿੱਚ ਦੇਖੀਏ ਤਾਂ ਇਹ ਰਿਕਾਰਡ ਟਾਈਪ ਉਹਨੂੰ ਕਿਹਾ। The relational model is an example of record based model, ਜਿਹਦੇ ਵਿੱਚ ਟੇਬਲ ਹੁੰਦਾ ਹੈ, ਟੇਬਲ 'ਚ ਰਿਕਾਰਡ ਸਟੋਰ ਕਰੇ ਜਾਂਦੇ ਨੇ। Record based models are so named because the database is structured in fixed format records of several types. ਉਹਨੂੰ ਅਸੀਂ ਰਿਕਾਰਡ ਬੇਸਡ ਮਾਡਲ ਕਿਉਂ ਕਹਿੰਦੇ ਆ? ਕਿਉਂਕਿ ਜਿੰਨੇ ਵੀ ਪਰਸਨਸ ਦਾ, ਐਂਟੀਟੀਜ਼ ਦਾ ਰਿਕਾਰਡ ਉਹ 'ਚ ਸਟੋਰ ਹੋਏਗਾ, ਹਰੇਕ ਦੇ ਉਨੇ ਹੀ ਫੀਲਡ ਹੋਣਗੇ ਹਰੇਕ ਰਿਕਾਰਡ ਦੇ ਵਿੱਚ, ਤੇ ਫਿਕਸਡ ਫਾਰਮੇਟ ਹੋਏਗਾ। ਜਿਵੇਂ ਨੇਮ ਹੈ, ਜੇ ਪਹਿਲੇ ਬੰਦੇ ਦਾ ਨੇਮ 20 ਅੱਖਰ ਦਾ, ਦੂਜੇ ਦਾ ਵੀ 20 ਦਾ ਹੀ ਰੱਖਿਆ ਜਾਂਦਾ ਹੈ, ਸਾਰਿਆਂ ਦਾ 20 ਦਾ ਹੋਏਗਾ, ਐਕਸਟਰਾ ਚਾਹੇ ਸਪੇਸ ਲੱਗ ਜਾਵੇ ਵਿੱਚ। ਜੇ ਸੈਲਰੀ, ਇੱਕ ਨੇਮ ਜਿਹੜਾ ਹੈ ਉਹ ਉਹਦੀ ਸੈਲਰੀ ਨੂਮੈਰਿਕ ਟਾਈਪ ਦੀ ਹੈ, ਸਾਰਿਆਂ ਦੀ ਨੂਮੈਰਿਕ ਟਾਈਪ ਦੀ ਹੋਈ। ਜੇ ਉਸ ਨੂਮੈਰਿਕ 'ਚ 2 ਡਿਜਿਟ ਤੱਕ ਵੈਲਿਊ ਦਿਖਾਈ ਜਾ ਰਹੀ ਹੈ, ਸਾਰਿਆਂ ਦੀ 2 ਡਿਜਿਟ ਤੱਕ ਹੀ ਦਿਖਾਈ ਜਾਵੇ। ਤਾਂ ਫਿਕਸਡ ਫਾਈਲ ਫਾਰਮੇਟ, ਫਿਕਸਡ ਫਾਰਮੇਟ ਦੇ ਰਿਕਾਰਡ ਹੁੰਦੇ। Each table contains records of particular type. Each record type defines a fixed number of fields and entries. ਹਰੇਕ ਰਿਕਾਰਡ ਟਾਈਪ ਦੇ ਵਿੱਚ ਫਿਕਸਡ ਨੰਬਰ ਆਫ ਫੀਲਡ ਹੋਣੇ, ਕਿਉਂਕਿ ਜਿੰਨੇ ਮਰਜ਼ੀ ਇੰਪਲਾਈ ਨੇ ਉਹਨਾਂ ਸਾਰਿਆਂ ਦੇ ਸੇਮ ਹੀ ਫੀਲਡ ਹੋਣੇ, ਅਲੱਗ-ਅਲੱਗ ਤਾਂ ਹੋ ਨਹੀਂ ਸਕਦੇ। The columns of the table correspond to the attributes of record type. ਉਹਨੂੰ ਐਟਰੀਬਿਊਟ ਵੀ ਕਹਿੰਦੇ ਆ, ਅਸੀਂ ਕਾਲਮ ਵੀ ਕਹਿ ਸਕਦੇ, ਫੀਲਡ ਵੀ ਕਹਿ ਸਕਦੇ। ਫੀਲਡ, ਕਾਲਮ, ਐਟਰੀਬਿਊਟ ਇੱਕੋ ਹੀ ਚੀਜ਼ ਹੈ। The relational data model is most widely used data model, and a vast majority of current database systems are based on relational model. तो ਆਪਾਂ ਜਿਹੜੀ Oracle ਡਿਸਕਸ ਕਰਾਂਗੇ ਜਾਂ ਆਪਣਾ ਪ੍ਰੈਕਟੀਕਲ 'ਚ, Oracle ਦੇ ਵਿੱਚ ਵੀ ਰਿਲੇਸ਼ਨਲ ਮਾਡਲ ਹੀ ਯੂਜ਼। ਰਿਕਾਰਡ ਟਾਈਪ ਇਜ਼ ਲਾਈਕ ਏ ਸਟਰਕਚਰ ਆਫ ਡਿਫਰੈਂਟ ਡਾਟਾ ਟਾਈਪਸ। ਮੈਂ ਪਹਿਲਾਂ ਹੀ ਦੱਸਿਆ ਕਿ ਨੇਮ ਹੈ ਉਹਦੀ ਮੰਨ ਲਓ ਕਰੈਕਟਰ ਡਾਟਾ ਟਾਈਪ ਹੈ, ਸੈਲਰੀ ਹੈ ਉਹਦੀ ਨੂਮੈਰਿਕ ਡਾਟਾ ਟਾਈਪ ਹੈ, ਡੇਟ ਆਫ ਬਰਥ ਹੈ ਉਹਦੀ ਡੇਟ ਡਾਟਾ ਟਾਈਪ। तो ਇਹਨਾਂ ਦੀ ਕਲੈਕਸ਼ਨ ਇੱਕ ਰਿਕਾਰਡ ਟਾਈਪ ਹੋਊ। Structure of different data types that belong to the attribute of a relation. The group of data types of the attribute of each record in a relation is called record type. ਉਹਨੂੰ ਅਸੀਂ ਰਿਕਾਰਡ ਟਾਈਪ ਕਹਿੰਦੇ ਹਾਂ, ਇਕੱਠੇ ਕੰਬਾਈਨਡ ਕਰਕੇ। ਆਪਾਂ 3 ਆਰਗੇਨਾਈਜੇਸ਼ਨਸ ਪੜ੍ਹਨੀਆਂ ਸੀਗੀਆਂ। ਮੈਂ
ਸ਼ੁਰੂ ਚ ਦੱਸਿਆ ਸੀ ਫਾਈਲ ਆਰਗੇਨਾਈਜੇਸ਼ਨ ਦਾ ਤਿੰਨ, ਜਿਨ੍ਹਾਂ ਚ ਈਜ਼ੀ ਹੈ ਉਹ ਸੀਕੁਐਂਸ਼ੀਅਲ, ਮੈਂ ਉਹ ਡਿਸਕਸ ਕਰ, ਸੀਕੁਐਂਸ਼ੀਅਲ ਫਾਈਲ ਆਰਗੇਨਾਈਜੇਸ਼ਨ। ਸੀਕੁਐਂਸ਼ੀਅਲ ਮਤਲਬ ਇੱਕ ਸੀਕੁਐਂਸ ਦੇ ਵਿੱਚ ਜਿਹੜੀ ਐਕਸੈਸ ਹੋਵੇ ਉਹਨੂੰ ਸੀਕੁਐਂਸ਼ੀਅਲ ਕਹਾਂਗੇ। ਸੀਕੁਐਂਸ ਤੋਂ ਭਾਵ ਮੰਨ ਲਓ ਆ ਰਿਕਾਰਡ ਨੇ, ਆਹ ਰਿਕਾਰਡ ਹੈ ਪਹਿਲਾ, ਫਿਰ ਆ ਦੂਜਾ, ਫਿਰ ਤੀਜਾ, ਚੌਥਾ, ਏਦਾਂ ਰਿਕਾਰਡ ਅਸੀਂ ਇੱਕ ਇੱਕ ਕਰਕੇ ਪੜ੍ਹੀ ਜਾਈਏ ਸੀਕੁਐਂਸ ਦੇ ਵਿੱਚ, ਬਿਨਾਂ ਕਿਸੇ ਨੂੰ ਛੱਡੇ, ਬਿਨਾਂ ਕਿਸੇ ਨੂੰ ਸਕਿਪ ਕੀਤੇ, ਤਾਂ ਉਹ ਸੀਕੁਐਂਸ਼ੀਅਲ ਫਾਈਲ ਆਰਗੇਨਾਈਜੇਸ਼ਨ ਦਾ ਸਿੰਪਲੈਸਟ ਮੈਥਡ। ਪਰ ਇਹਦੀਆਂ ਡਿਸਐਡਵਾਂਟੇਜਸ ਹੁੰਦੀਆਂ ਨੇ। ਮੰਨ ਲਓ ਅਸੀਂ 2 ਲੱਖ ਰਿਕਾਰਡ ਸਟੋਰ ਕਰੇ ਨੇ, ਤੇ ਮੈਂ ਮੰਨ ਲਓ 1,09,887 ਨੰਬਰ ਰਿਕਾਰਡ ਪੜ੍ਹਨਾ, ਤਾਂ ਇਹਦਾ ਮਤਲਬ ਮੈਨੂੰ 1,09,886 ਰਿਕਾਰਡ ਪਹਿਲਾਂ ਪੜ੍ਹਨੇ ਪੈਣਗੇ, ਤਾਂ ਮੈਂ ਉਸ ਰਿਕਾਰਡ ਤੇ ਪਹੁੰਚੂਗਾ। ਇਹ ਬਹੁਤ ਸਾਰਾ ਟਾਈਮ ਲੱਗ ਜਾਏਗਾ, ਇਸ ਕਰਕੇ ਇਹ ਵੱਡੀਆਂ ਫਾਈਲਾਂ ਦੇ ਲਈ ਸੂਟੇਬਲ ਨਹੀਂ, ਪਰ ਈਜ਼ੀ ਹੈ। It is one of the simple method of file organization. Here each file or records are stored one after the other in a sequential manner. ਜਿਵੇਂ ਮੈਂ ਦੱਸਿਆ, ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ, ਇਦਾਂ ਰਿਕਾਰਡ ਸਟੋਰ ਕੀਤੇ ਜਾਂਦੇ। ਇਹ ਦੋ ਤਰੀਕਿਆਂ ਨਾਲ ਹੋ ਸਕਦਾ ਹੈ। ਪਹਿਲਾ ਤਰੀਕਾ ਹੈ ਕਿ ਰਿਕਾਰਡ ਨੂੰ ਜਿਵੇਂ ਮਰਜ਼ੀ ਐਡ ਕਰ ਦਿਓ, ਜਿਹੜਾ ਜਿੱਥੇ ਆ ਗਿਆ। ਜਿਵੇਂ ਮੰਨ ਲਓ ਇੱਥੇ ਦੇਖਿਆ ਤੁਸੀਂ, ਆ ਦੇਖੋ R1 ਤੋਂ ਬਾਅਦ R4 ਆ ਗਿਆ, ਫਿਰ R3 ਆ ਗਿਆ, ਫਿਰ 7 ਆ ਗਿਆ। ਕੋਈ ਸੀਕੁਐਂਸ ਨਹੀਂ ਆਪਾਂ ਫਾਲੋ ਕੀਤੀ, ਕੋਈ ਸੌਰਟਿੰਗ ਨਹੀਂ ਕੀਤੀ। ਪਹਿਲਾ ਤਰੀਕਾ ਤਾਂ ਇਹ ਹੈ, ਇਸਨੂੰ ਫਾਈਲ ਮੈਥਡ ਕਹਿੰਦੇ, ਫਾਈਲ ਮੈਥਡ। ਰਿਕਾਰਡਸ ਆਰ ਸਟੋਰਡ ਵਨ ਆਫਟਰ ਦਾ ਅਦਰ ਐਜ਼ ਦੇ ਆਰ ਇਨਸਰਟਡ ਇਨਟੂ ਦਾ ਟੇਬਲਸ। ਜਿਉਂ ਜਿਉਂ ਰਿਕਾਰਡ ਆਈ ਜਾਂਦੇ ਨੇ ਉਵੇਂ ਉਵੇਂ ਪਾਈ ਜਾਂਦੇ, ਕੋਈ ਸੌਰਟਿੰਗ ਨਹੀਂ ਕਰਦੇ। ਦਿਸ ਮੈਥਡ ਇਜ਼ ਕਾਲਡ ਫਾਈਲ ਮੈਥਡ। When a new record is inserted, it is placed at the end of the file. ਪਹਿਲਾਂ ਇੱਕ ਪਾਤਾ, ਨਾਲ ਹੀ ਦੂਜਾ ਪਾਤਾ, ਨਾਲ ਹੀ ਤੀਜਾ ਪਾਤਾ, ਕੋਈ ਉਹਦਾ ਆਰਡਰ ਦਾ ਧਿਆਨ ਨਹੀਂ ਰੱਖਿਆ। In the case of any modification or deletion of record, the record will be searched in the memory blocks. ਮੰਨ ਲਓ 7 ਨੰਬਰ R7 ਚੇਂਜ ਕਰਨਾ ਹੈ, ਇਹਦੇ 'ਚ ਬਦਲਣਾ ਕੁਝ, ਐਡਰੈਸ ਬਦਲਣਾ, ਤਾਂ ਇਹ ਇੱਕ ਇੱਕ ਕਰਕੇ ਸਾਰੇ ਪੜ੍ਹ ਕੇ ਇੱਥੇ ਪਹੁੰਚਣਾ ਪਏਗਾ, ਫਿਰ ਜਾ ਕੇ ਇਸਨੂੰ ਮੋਡੀਫਾਈ ਕਰਨਾ ਪਏਗਾ। Once it is found, it will be marked for deleting or new block of the record is entered. And new block of the record is entered. ਇਹਨੂੰ ਡਿਲੀਟ ਕਰਨਾ ਹੈ ਤਾਂ ਇਹਨੂੰ ਮਾਰਕ ਕਰ ਦਾਂਗੇ ਕਿ ਡਿਲੀਟ ਕਰਨਾ ਹੈ, ਉਹ ਡਿਲੀਟ ਹੋ ਜਾਏਗਾ। ਜਾਂ ਜੇ ਮੋਡੀਫਾਈ ਕਰਨਾ ਹੈ ਤਾਂ ਨਵਾਂ ਬਲੌਕ ਜਿਹੜਾ ਹੈ ਇੱਥੇ ਐਂਟਰ ਕਰ ਦਿੱਤਾ ਜਾਏਗਾ। ਮੰਨ ਲਓ ਵੀ ਆਪਾਂ ਨੇ ਜਿਵੇਂ ਆਹ ਇੱਥੇ ਦਿਖਾਇਆ ਹੋਇਆ ਹੈ, ਐਂਡ ਆਫ ਦਾ ਫਾਈਲ ਹੈ, ਇੱਥੇ ਨਵਾਂ ਰਿਕਾਰਡ ਐਡ ਹੋਊਗਾ ਤਾਂ ਪਿੱਛੇ ਹੀ ਐਡ ਹੋਊਗਾ। R6 ਆ ਜਿਹੜਾ ਉਹ ਪਿੱਛੇ ਐਡ ਹੋਊਗਾ, ਹਾਲਾਂਕਿ R6 ਜਿਹੜਾ 7 ਤੋਂ ਪਹਿਲਾਂ ਹੋਣਾ ਚਾਹੀਦਾ, ਪਰ ਇੱਥੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ। ਇਹ ਫਾਈਲ ਮੈਥਡ। ਦੂਸਰਾ ਮੈਥਡ ਹੈ ਸੌਰਟਡ ਫਾਈਲ ਮੈਥਡ, ਜਿਹਦੇ ਵਿੱਚ ਰਿਕਾਰਡ ਸੌਰਟਡ ਆਰਡਰ ਦੇ ਵਿੱਚ ਰੱਖੇ ਜਾਂਦੇ। ਇਨ ਦਾ ਸੈਕੰਡ ਮੈਥਡ, ਰਿਕਾਰਡਸ ਆਰ ਸੌਰਟਡ ਜਾਂ ਤਾਂ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ, ਕਿਸੇ ਨਾ ਕਿਸੇ ਆਰਡਰ 'ਚ। ਈਚ ਟਾਈਮ ਦੇ ਆਰ ਇਨਸਰਟਡ ਇਨ ਦ ਸਿਸਟਮ। ਦ ਮੈਥਡ ਇਜ਼ ਕਾਲਡ ਸੌਰਟਡ ਫਾਈਲ ਸਿਸਟਮ, ਸੌਰਟਡ ਫਾਈਲ ਮੈਥਡ। Sorting of records may be based on the primary key or any other column. Primary key ਜਿਵੇਂ ਮੰਨ ਲਓ ਰੋਲ ਨੰਬਰ ਤੁਹਾਡੀ ਪ੍ਰਾਇਮਰੀ ਕੀ ਹੋ ਸਕਦੀ ਹੈ ਸਟੂਡੈਂਟਸ ਦੀ, EMPLOYEE ID ਜਿਹੜਾ ਹੈ EMPLOYEES ਦੀ ਪ੍ਰਾਇਮਰੀ ਕੀ ਹੋ ਸਕਦੀ ਹੈ, ਜਿਹੜੀ ਡੁਪਲੀਕੇਟ ਨਾ ਹੋਵੇ। ਹਰੇਕ ਦੀ ਇੱਕ ਆਇਡੈਂਟੀਫਿਕੇਸ਼ਨ ਨੰਬਰ ਜਿਵੇਂ ਆਪਾਂ ਕਹਿੰਦੇ, ਉਹਦੇ ਬੇਸ ਦੇ ਉੱਤੇ ਅਸੀਂ ਸੌਰਟਿੰਗ ਕਰ ਸਕਦੇ। Whenever a new record is inserted, it will be inserted at the end of the file. ਪਹਿਲਾਂ ਤਾਂ ਇਹ ਪਿੱਛੇ ਹੀ ਲਾਇਆ ਜਾਏਗਾ, ਜਿਵੇਂ ਆ ਦੇਖੋ R6 ਆਪਾਂ ਪਿੱਛੇ ਹੀ ਐਡ, ਪਰ ਉਸ ਤੋਂ ਬਾਅਦ ਇਸ ਪੂਰੀ ਫਾਈਲ ਨੂੰ ਸੌਰਟ ਕਰ ਦਿੱਤਾ ਜਾਏਗਾ ਤਾਂ ਜੋ R6 ਆਪਣੀ ਸਹੀ ਪੋਜੀਸ਼ਨ ਤੇ ਪਹੁੰਚ ਜਾਵੇ। R6 ਦੀ ਸਹੀ ਪੋਜੀਸ਼ਨ 5 and 7 ਦੇ ਵਿਚਕਾਰ ਦੀ ਬਣਦੀ ਹੈ, ਦੇਖੋ ਇੱਥੇ ਸੈੱਟ ਕਰ ਦਿੱਤਾ, ਪਰ ਇਹ ਬਾਅਦ ਚ ਸੈੱਟ ਕੀਤਾ ਹੈ। And then it will sort ascending or descending based on the key value and placed at the correct position. In the case of update, it will update the record and then sort the file to place the updated record in the right. ਮੰਨ ਲਓ ਕਿ ਬਾਅਦ ਦੇ ਵਿੱਚ ਇਹਦਾ ਚੇਂਜ ਕਰਨਾ ਕੁਝ, ਤਾਂ ਫਿਰ ਦੁਬਾਰਾ ਫਿਰ ਸੌਰਟਿੰਗ ਕਰਨੀ ਪਏਗੀ ਜੇ ਆਪਾਂ ਪ੍ਰਾਇਮਰੀ ਕੀ ਬਦਲ ਰਹੇ ਹਾਂ। ਸੇਮ ਇਨ ਕੇਸ ਆਫ ਡਿਲੀਟ, ਜੇ ਡਿਲੀਟ ਕਰਨਾ ਤਾਂ ਫਿਰ ਉਸੇ ਤਰ੍ਹਾਂ ਨਾਲ। तो इस तरह दो तरीके साडे कोले सीक्वेंशियल फाइल ऑर्गेनाइजेशन यूज किए।